ਹੈਲੋ एवरीवन वेलकम टू CBC ਅਕੈਡਮੀ ਅਬੋਹਰ। मैं हाँ अरुण तनेजा ਤੇ ਆਪਾਂ ਸਟਾਰਟ ਕਰਦੇ ਹਾਂ ਆਪਣਾ ਇਹ ਕਹਿ ਸਕਦੇ ਹਾਂ ਕੰਟੀਨਿਊ ਕਰਦੇ ਹਾਂ ਅਪ੍ਰੈਲ ਦੇ ਕਰੰਟ ਅਫੇਅਰਸ ਪਾर्ट 4। ਤੁਹਾਡਾ ਇੱਕ ਪਾर्ट ਹੋਰ ਰਹਿ ਜਾਊਗਾ, ਉਸ ਤੋਂ ਬਾਅਦ ਆਪਣੇ ਜਿਹੜੇ ਕਰੰਟ ਅਫੇਅਰ ਦਾ ਅਪ੍ਰੈਲ ਦੇ ਕਰੰਟ ਅਫੇਅਰ ਹੈ ਪੂਰੇ ਹੋ ਜਾਣਗੇ। ਹੋਪਫੁਲੀ ਤੁਹਾਨੂੰ ਲੈਕਚਰਸ ਵਧੀਆ ਲੱਗ ਰਹੇ ਹੋਣਗੇ। ਆਪਾਂ ਤੁਹਾਡੇ ਐਗਜ਼ਾਮ ਤੋਂ ਪਹਿਲਾਂ ਅਪ੍ਰੈਲ ਮਈ ਜੂਨ ਸਾਰੇ ਦੇ ਸਾਰੇ ਕਰੰਟ ਅਫੇਅਰ ਆਪਾਂ ਕੰਪਲੀਟ ਕਰਵਾਵਾਂਗੇ। ਥੋੜੀ ਜੀ ਅਨਫੋਰਚੂਨੇਟ ਸਿਚੁਏਸ਼ਨ ਹੋ ਗਈ ਸੀ ਘਰੇ, ਤਾਂ ਕਰਕੇ ਲੇਟ ਹੋ ਗਏ ਤੁਹਾਡੇ ਜੀ ਅਪਲੋਡ ਕਰਨੇ, ਨਹੀਂ ਤਾਂ ਆਪਾਂ ਤੁਹਾਨੂੰ ਬਹੁਤ ਹੀ ਜਲਦੀ ਕਰਵਾ ਦੇਣੇ ਸੀ ਕਰੰਟ ਅਫੇਅਰਸ। ਸੋ ਆਪਾਂ ਸਟਾਰਟ ਕਰਦੇ ਹਾਂ ਕਰੰਟ ਅਫੇਅਰਸ ਆਪਣੇ, ਠੀਕ ਹੈ। ਬਾਕੀ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ, ਜਿਵੇਂ ਕਿ ਮੈਂ ਲਾਸਟ ਪ੍ਰੀਵੀਅਸ ਲੈਕਚਰਸ ਦੇ ਵਿੱਚ ਵੀ ਦੱਸਿਆ ਹੋਇਆ। ਜੋ ਵੀ ਆਪਣੀ ਕੁਇਰੀਜ਼ ਉਹ ਪੁੱਛ ਸਕਦੇ ਹੋ ARNTANEJ07 'ਤੇ, ਠੀਕ ਹੈ ਜੀ। ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ। ਸੋ ਰੈਗੂਲੇਸ਼ਨ ਰਿਵਿਊ ਅਥਾਰਟੀ RRA 2 ਹੈਡਡ ਬਾਈ ਹੋਮ। ਇੱਕ ਰੈਗੂਲੇਸ਼ਨ ਰਿਵਿਊ ਅਥਾਰਟੀ ਬਣਾਈ ਹੈਗੀ ਹੈ RBI ਨੇ, तो किहदे द्वारा हैड की जाऊगी? तो अपना आंसर आ जाऊगा M राजेश्वर राव द्वारा हैड की जाऊगी। हुणे लेटेस्ट ही RBI के डिप्टी गवर्नर ने रिजाइन किया है, उन्होंने नाम की है BP कानूगो, बहुत ही ज़्यादा इंपॉर्टेंट है। आप लास्ट लैक्चर के किया भी किहड़े RBI के डिप्टी गवर्नर ने रिजाइन किया, तो अपना आंसर आ जाऊगा BP कानूगो ने रिजाइन किया है। ਹੁਣ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਵੀ ਉਹਨਾਂ ਦੀ ਜਗ੍ਹਾ 'ਤੇ ਕਿਹੜੇ ਨਵੇਂ ਡਿਪਟੀ ਗਵਰਨਰ ਆਏ ਹੈ, ਠੀਕ ਹੈ ਜੀ। ਮੈਂ ਤੁਹਾਨੂੰ ਪ੍ਰੀਵੀਅਸ ਲੈਕਚਰ ਵਿੱਚ ਦੱਸਿਆ ਸੀਗਾ ਵੀ BP ਕਾਨੂੰਗੋ ਨੂੰ ਕਿਹਨੇ ਰਿਪਲੇਸ ਕੀਤਾ, ਠੀਕ ਹੈ ਜੀ। ਸੋ ਨੈਕਸਟ 'ਤੇ ਮੂਵ ਕਰਦੇ ਹਾਂ ਆਪਾਂ। ਵਿਚ ਕੰਟਰੀ ਵਿਲ ਸੈਂਡ ਦਾ ਰਸ਼ੀਦ ਲੂਨਰ ਰੋਵਰ ਇਨਟੂ ਦਾ ਸਪੇਸ ਬਾਈ 2024। ਸੋ ਲੂਨਰ ਪ੍ਰੋਬ ਲਈ ਭੇਜਿਆ ਜਾਊਗਾ। ਰਸ਼ੀਦ ਨਾਮ ਦਾ ਪ੍ਰੋਜੈਕਟ ਹੈਗਾ, ਉਹ ਕਿਹੜੀ ਕੰਟਰੀ ਦੁਆਰਾ ਭੇਜਿਆ ਜਾਊਗਾ? ਤਾਂ ਆਪਣਾ ਆਂਸਰ ਆ ਜਾਊਗਾ UAE ਦੁਆਰਾ ਭੇਜਿਆ ਜਾਊਗਾ, ਠੀਕ ਹੈ ਜੀ। ਕਦੋਂ ਭੇਜਿਆ ਜਾਊਗਾ? 2024 ਦੇ ਵਿੱਚ ਭੇਜਿਆ ਜਾਊਗਾ। ਹੁਣ ਮੈਂ ਤੁਹਾਨੂੰ ਇੱਕ ਹੋਰ ਵੀ ਦੱਸਿਆ ਸੀਗਾ, ਜਿਹੜਾ ਹੋਪ ਪ੍ਰੋਬ ਮਿਸ਼ਨ ਹੈਗਾ ਉਹ ਵੀ UAE ਦੁਆਰਾ ਭੇਜਿਆ ਜਾਊਗਾ। ਉਹ ਕਿੱਥੇ ਭੇਜਿਆ ਜਾਊਗਾ? ਮਾਰਸ 'ਤੇ ਭੇਜਿਆ ਜਾਊਗਾ, ਠੀਕ ਹੈ। ਅਤੇ ਜਿਹੜਾ ਆਪਣਾ ਇਹ ਹੈਗਾ ਰਸ਼ੀਦ ਲੂਨਰ ਰੋਵਰ ਪ੍ਰੋਜੈਕਟ ਹੈਗਾ, ਇਹ ਆਪਣਾ ਚੰਦਰਮਾ 'ਤੇ ਭੇਜਿਆ ਜਾਊਗਾ, ਜਾਂ ਕਹਿ ਸਕਦੇ ਮੂਨ 'ਤੇ ਭੇਜਿਆ ਜਾਊਗਾ, ਠੀਕ ਹੈ। UAE ਦਾ ਹੋਰ ਕਿਹੜਾ ਪ੍ਰੋਜੈਕਟ ਹੈਗਾ? ਹੋਪ ਪ੍ਰੋਜੈਕਟ ਹੈਗਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। UAE ਕਾਫੀ ਨਿਊਜ਼ ਦੇ ਵਿੱਚ ਰਹਿੰਦਾ, ਇਹਨਾਂ ਦੀ ਜਿਹੜੀ ਬਹੁਤ ਸਾਰੀਆਂ ਡਿਵੈਲਪਮੈਂਟਸ ਹੁੰਦੀਆਂ ਹੀ ਰਹਿੰਦੀਆਂ ਹੈਗੀਆਂ, ਇਹ ਸਾਰੀਆਂ ਤੁਸੀਂ ਯਾਦ ਰੱਖਣੀਆਂ, ਠੀਕ ਹੈ ਜੀ। ਸੋ ਰੈਗੂਲੇਸ਼ਨ ਰਿਵਿਊ ਅਥਾਰਟੀ ਨੂੰ ਕੌਣ ਹੈਡ ਕਰ ਰਿਹਾ? M ਰਾਜੇਸ਼ਵਰ ਰਾਓ, ਠੀਕ ਹੈ ਜੀ। ਲੂਨਰ ਰਸ਼ੀਦ ਰੋਵਰ ਪ੍ਰੋਜੈਕਟ ਸਪੇਸ ਦੇ ਵਿੱਚ ਕਿਹੜੀ ਕੰਟਰੀ ਭੇਜ ਰਹੀ ਹੈ? UAE, ਠੀਕ ਹੈ ਜੀ। ਬਾਕੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਆਉਂਦਾ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ, ਜਾਂ ਮੈਨੂੰ ਤੁਸੀਂ ਇੰਸਟਾਗ੍ਰਾਮ 'ਤੇ ਪੁੱਛ ਸਕਦੇ ਹੋ, ਠੀਕ ਹੈ ਜੀ। ਸੋ ਆਪਾਂ ਨੈਕਸਟ ਕੁਐਸਚਨ ਪੜ੍ਹਦੇ ਹਾਂ ਆਪਾਂ। ਹੂ ਇਜ਼ ਦਾ ਆਥਰ ਆਫ ਦਾ ਬੁੱਕ ਦ ਕ੍ਰਿਸਮਸ ਪਿਗ? ਦ ਕ੍ਰਿਸਮਸ ਪਿਗ ਦੇ ਆਥਰ ਕੌਣ ਹੈਗੇ? JK ਰੋਲਿੰਗ। JK ਰੋਲਿੰਗ ਦੇ ਜਿੰਨੀਆਂ ਵੀ ਬੁੱਕਸ ਆਉਂਦੀਆਂ ਤੁਸੀਂ ਸਾਰਿਆਂ ਨੂੰ ਧਿਆਨ ਦੇ ਵਿੱਚ ਰੱਖਣਾ, ਜੋ ਜੋ ਇੰਪੋਰਟੈਂਟ ਆਈ ਜਾਣਗੇ ਤੁਹਾਨੂੰ ਮੈਂ ਕਰਾਈ ਜਾਊਂਗਾ। ਵੈਸੇ ਬਾਕੀ ਜਿੰਨੀਆਂ ਵੀ JK ਰੋਲਿੰਗ ਦੀਆਂ ਬੁੱਕ ਆਉਣਗੀਆਂ ਤੁਸੀਂ ਸਾਰਿਆਂ ਨੂੰ ਧਿਆਨ ਦੇ ਵਿੱਚ ਰੱਖਣਾ ਆਪਣੇ, ਠੀਕ ਹੈ। ਸੋ ਆਪਣਾ ਨੈਕਸਟ ਕੁਐਸਚਨ ਹੈਗਾ, ਵਾਟ ਇਜ਼ ਦਾ ਰੈਂਕ ਆਫ ਇੰਡੀਆ ਇਨ ਦਾ ਵਰਲਡ ਪ੍ਰੈਸ ਫਰੀडम ਇੰਡੈਕਸ? ਸੋ ਮੈਂ ਆਲਰੇਡੀ ਤੁਹਾਨੂੰ ਕਰਵਾ ਵੀ ਚੁੱਕਿਆ। ਵਰਲਡ ਪ੍ਰੈਸ ਫਰੀडम ਇੰਡੈਕਸ ਦੇ ਵਿੱਚ ਇੰਡੀਆ ਦਾ ਕਿੰਨਾ ਰੈਂਕ ਹੈਗਾ? 142। ਸੋ ਬਾਕੀ ਮੈਂ ਤੁਹਾਨੂੰ ਕੁਛ ਇੰਡੈਕਸ ਕਰਵਾਏ ਸੀ, ਫਿਰ ਆਪਾਂ ਰਿਪੀਟ ਕਰ ਲੈਂਦੇ ਹਾਂ। ਵਰਲਡ ਪ੍ਰੈਸ ਫਰੀडम ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਹੈਗਾ 142। ਸੋ ਬਾਕੀ ਹੁਣ ਜਿੰਨੇ ਕਰਵਾਉਂਗਾ ਤੁਸੀਂ ਸਾਰਿਆਂ ਨੂੰ ਪੈਨ ਡਾਊਨ ਕਰ ਲੈਣਾ। ਹੈਨਲੇ ਪਾਸਪੋਰਟ ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਹੈਗਾ 84। ਹੈਨਲੇ ਪਾਸਪੋਰਟ ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਹੈਗਾ 84। ਵਰਲਡ ਪ੍ਰੈਸ ਫਰੀडम ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਹੈਗਾ 142। ਇਨਕਲੂਸਿਵ ਇੰਟਰਨੈਟ ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਹੈਗਾ 49। ਫਿਰ ਰਿਪੀਟ ਕਰ ਦਿੰਦੇ ਹਾਂ, ਇਨਕਲੂਸਿਵ ਇੰਟਰਨੈਟ ਇੰਡੈਕਸ ਦੇ ਵਿੱਚ ਰੈਂਕ ਹੈਗਾ ਇੰਡੀਆ ਦਾ 49। ਇੰਟਰਨੈਸ਼ਨਲ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਹੈਗਾ 40। ਇਨਕਲੂਸਿਵ ਇੰਟਰਨੈਟ ਇੰਡੈਕਸ ਦੇ ਵਿੱਚ 49, ਠੀਕ ਹੈ ਜੀ। ਇੰਟਰਨੈਸ਼ਨਲ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਹੈਗਾ 40, ਜਾਂ ਕਹਿ ਸਕਦੇ 40। ਅਤੇ ਇਕੋਨਮਿਕ ਫਰੀडम ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਹੈਗਾ 121। ਇਕੋਨਮਿਕ ਫਰੀडम ਇੰਡੈਕਸ ਦੇ ਵਿੱਚ ਇੰਡੀਆ ਦਾ ਕਿੰਨਾ ਰੈਂਕ ਹੈਗਾ? 121। ਇੰਟਰਨੈਸ਼ਨਲ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਹੈਗਾ? 40, ਜਾਂ ਕਹਿ ਸਕਦੇ 40th। ਇਨਕਲੂਸਿਵ ਇੰਟਰਨੈਟ ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਹੈਗਾ? 49th। ਹੈਨਲੇ ਪਾਸਪੋਰਟ ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਹੈਗਾ? 84th। ਵਰਲਡ ਪ੍ਰੈਸ ਫਰੀडम ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਹੈਗਾ? 142। ਬਹੁਤ ਹੀ ਇੰਪੋਰਟੈਂਟ ਹੈਗਾ, ਗਲੋਬਲ ਕਲਾਈਮੇਟ ਰਿਸਕ ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਹੈਗਾ? 7th ਰੈਂਕ ਹੈਗਾ। ਗਲੋਬਲ ਕਲਾਈਮੇਟ ਰਿਸਕ ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਹੈਗਾ? 7th ਰੈਂਕ ਹੈਗਾ। ਸੋ ਪਲੀਜ਼ ਨੋਟ ਡਾਊਨ ਕਰ ਲੈਣਾ ਸਾਰਿਆਂ ਨੇ। ਗਲੋਬਲ ਕਲਾਈਮੇਟ ਰਿਸਕ ਇੰਡੈਕਸ ਦੇ ਵਿੱਚ ਇੰਡੀਆ ਦਾ ਕਿੰਨਾ ਰੈਂਕ ਹੈਗਾ? 7th ਰੈਂਕ ਹੈਗਾ। ਗਲੋਬਲ ਕਲਾਈਮੇਟ ਰਿਸਕ ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਹੈਗਾ? 7th ਰੈਂਕ ਹੈਗਾ, ਠੀਕ ਹੈ ਜੀ। ਵਾਰ ਰਿਪੀਟ ਤਾਂ ਕਰ ਰਿਹਾ, ਤੁਹਾਨੂੰ ਯਾਦ ਹੋ ਜਾਣਗੀਆਂ ਚੀਜ਼ਾਂ। ਹੋਰ ਸਭ ਤੋਂ ਇੰਪੋਰਟੈਂਟ ਹੈਗਾ ਕਰਪਸ਼ਨ ਪਰਸੈਪਸ਼ਨ ਇੰਡੈਕਸ 2020 ਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਸੀਗਾ?
86th ਰੈਂਕ ਸੀਗਾ। बहुत ही ज़्यादा इंपॉर्टेंट हैगा, ये सारे तुसीं पेन डाउन कर लेना है। ह्यूमन डिवेलपमेंट इंडेक्स 2021 का आया नहीं है, 2020 के रैंक विच कितना रैंक सी इंडिया का 131 रैंक सीगा। ह्यूमन डिवेलपमेंट इंडेक्स 2020 के विच इंडिया का रैंक कितना सीगा 131 रैंक सीगा। हुण मैं जिन्ने करवाए सारे रिपीट करन लग्या, सारे ने पेन डाउन कर लेना जिन्ने मैं करवाए हैगे आ। वर्ल्ड प्रेस फ्रीडम इंडेक्स के विच इंडिया का रैंक कितना है 142 जिवें कि लिखिया भी होया, आपां क्वेश्चन नहीं पाया। हेनले पासपोर्ट इंडेक्स के विच इंडिया का रैंक कितना है 84th। इनकलूसिव इंटरनेट इंडेक्स के विच इंडिया का रैंक कितना है 49th। इंटरनेशनल इंटलैक्चुअल प्रॉपर्टी राइट इंडेक्स के विच इंडिया का कितना रैंक है 40th, बहुत ही इंपॉर्टेंट है। इकोनॉमिक फ्रीडम इंडेक्स के विच इंडिया का कितना रैंक है 121। ग्लोबल क्लाइमेट रिस्क इंडेक्स के विच इंडिया का कितना रैंक है 7th। नैक्सट है करप्शन परसिप्शन इंडेक्स के विच कितना है 86th। ह्यूमन फ्रीडम इंडेक्स के विच कितना है 111। ह्यूमन डिवेलपमेंट इंडेक्स के विच कितना है 131st। बहुत ही ज़्यादा इंपॉर्टेंट है। बाकी दे आपां अगे नूं कवर करांगे। एक बारी तुसीं इन्ने याद करो जिन्ने मैं तुहानूं करवाए हैगे, सारे दे सारे तुहानूं याद होने चाहिए है। एग्जाम पॉइंट ऑफ व्यू तो बहुत ही ज़्यादा इंपॉर्टेंट है, ठीक है। होपफुली तुहानूं मैं बार बार रिपीट करन दे नाल तुहानूं सारे याद हो गए होणगे। फिर भी किसी नूं डाउट है तो कमेंट सैक्शन दे विच तुसीं जरूर करना है, ठीक है। और नैक्सट क्वेश्चन ते आपां मूव करदे आ। हुण जिहड़े आपां भी करंट अफेयर सारे दे सारे कर रहे हैं, तुहानूं बहुत सारियां जिहड़ियां मैगजीन हैगियां उहदे विच मिल जाणगे, ठीक है जी। तो मतलब बहुत सारे थोड़े ऑनलाइन सोर्सिस ते मिल जाएंगे, पर गल इन्नी नहीं होंदी कि आप यही करंट अफेयर करने। अपना मेन एम ये हैगा भी ये नाल जुलदियाँ मिलदियाँ जुलदियाँ किन्नियां चीज़ां आपां नूं पता होनी चाहिए। सिर्फ इन्ने के करंट अफेयर करने होण तो तुहानूं दुनिया जहान के सोर्स मिल जाएंगे, ठीक है। कोई भी ऐप चक लो, तुहानूं सारे किते ही सेम करंट अफेयर मिलने हैं, ठीक है। ये ना सोचो भी असीं अड्ड करा रहे हैं, कुछ अड्ड असीं ये करवा रहे हैं भी जिहड़ियां एक्सट्रा चीज़ां तुहानूं दस रहे हैं, ठीक है। एक्सट्रा चीज़ों के नाल ही थोड़े पेपर क्लीयर होने हैं। उन्ने एक करंट अफेयर पढ़ के थोड़ा कोई पेपर नहीं क्लीयर होने वाला, ठीक है। बाकी दूजी गल ये होगी भी साडा जिहड़ा सोर्स है वो आपां 3-4 सोर्स मिला के करने करंट अफेयर्स, ठीक है। बाकी तुसीं कितों भी करोगे तुहानूं एक सोर्स पढ़ सकते हो, 2 पढ़ सकते हो। असीं की करना जो बेस्ट सोर्स है करंट अफेयर्स के उन्होंने इकट्ठा करके जोड़े उन्होंने चो बेस्ट क्वेश्चन बार बार रिपीट हो रहे आपां करने हैं, उही एग्जाम लिए इंपॉर्टेंट होणगे। एवें फालतू तुसीं जिवें कि अपनी कई साइट्स है उन्होंने नाम नहीं लेना चाहता मैं, उन्होंने डेली करंट अफेयर आउंदे हैं तो डेली दे विच तुसीं वेख लो किन्ने क्वेश्चन बन जाते 60-60 70-70 पेज एक महीने के करंट अफेयर के तुसीं किद्दां याद कर लोगे, ठीक है। आपां जैनुअन जे 200-300 क्वेश्चन करने हैं उन्हां चों आपां नूं क्वेश्चन फस जाने सारे दे सारे। मेन एम है आपां क्रैक करना एग्जाम, वधों वध करंट अफेयर पढ़ना अपना एम नहीं गा। सो बाकी रहे बैंकिंग अवेयरनैस जो करवा रहे हैं मैडम वधिया करवा रहे हैं, ठीक है। तो इस तरह आप जो अपने लिए जरूरी है करंट अफेयर आप वही करने। एवें तुसीं फालतू सोर्स पढ़न का कोई फायदा है नहीं गा तुहाडे लई। जो अपने लिए मैक्सीमम मार्क्स फैच करन करंट अफेयर आप वो वाले सारे करने, ठीक है। सो आप पढ़ते हैं नैक्सट क्वेश्चन है डैश अनाउंस द इन्फ्लेशन रेट 4% विद ए +-2% टॉलरेंस बैंड फॉर नेक्स्ट डैश ईयर्स। सो आपां नूं कहा गया भी जिहड़ी इन्फ्लेशन हुंदी है तो वो किन्ने परसेंट तक वधों वध हो सकती है तो घट्टों घट्ट किन्नी हो सकती है, ठीक है। जिहड़ी अपनी गौरमेंट ऑफ इंडिया ने डिसाइड किया जिहड़ी इन्फ्लेशन है या कह सकते हैं महंगाई हैगी है, महंगाई दर या तो 6% हो सकती है या 2 हो सकती है। तां ही आपां नूं कहा गया ना 4% +-2, या तो 6% हो सकती है या 2% हो सकती है। जिहड़ी अपनी महंगाई दर हैगी है या 6% हो सकती है या 2% हो सकती है। -2 का मतलब की हो जाऊगा 2% +2 कर दिए तो 6% हो जाऊगी। हुण आपां नूं सब तो इंपॉर्टेंट क्वेश्चन पूछ लिया जाता हुंदा एग्जाम दे विच भी जिहड़ी महंगाई की दर हैगी है या जिहड़ी बैंडविड्थ हैगी है इन्फ्लेशन की, इहनूं डिसाइड कौन करता हुंदा है? तो इहनूं डिसाइड करती है अपनी गौरमेंट ऑफ इंडिया। अगर RBI इस बैंडविड्थ नूं मेनटेन नहीं कर पाउंदा तो जिहड़ी गौरमेंट ऑफ इंडिया हैगी है कुछ पेनैलिटीज़ भी इंपोज कर सकती है RBI ते, क्योंकि जिहड़ा इन्फ्लेशन नूं मेनटेन करना RBI दे हत्थ विच दिता जाता है भी तुसीं किसी तरह के भी कोई भी मेजर्स लै सकते हो तो इन्फ्लेशन उस बैंडविड्थ दे विच रहनी चाहिए होंदी है, ठीक है। सो दूजी सब तो इंपॉर्टेंट पॉइंट ये होंदी है भी जिहड़ी अपनी इन्फ्लेशन हैगी है वो किस ढंग दे नाल मापी जाती होंदी है, किस किहड़ा इहो जिहा इंडैक्स है जिथों इन्फ्लेशन अपनी मेजर की जाती होंदी है। 2 तरह के इंडैक्स होंदे है, एक तो होंदा होलसेल प्राइस इंडैक्स, एक होंदा कंज्यूमर प्राइस इंडैक्स, ठीक है। सो जिहड़ी अपनी इंडिया दे विच इन्फ्लेशन हैगी है जिन्हों एज ए
ਸਟੈਂਡਰਡ ਟੂਲ ਮੰਨਿਆ ਜਾਂਦਾ ਹੁੰਦਾ ਇਨਫਲੇਸ਼ਨ ਨੂੰ ਮੇਜ਼ਰ ਕਰਨ ਵਾਸਤੇ, ਉਹ ਹੈਗਾ CPI ਜਾਂ ਕਹਿ ਸਕਦੇ ਕੰਜ਼ਿਊਮਰ ਪ੍ਰਾਈਸ ਇੰਡੈਕਸ। ਕੰਜ਼ਿਊਮਰ ਪ੍ਰਾਈਸ ਇੰਡੈਕਸ ਹੁੰਦਾ ਵੀ ਜਿਹੜਾ ਕੰਜ਼ਿਊਮਰ ਨੂੰ ਕੀ ਪ੍ਰਾਈਸ ਪੈ ਰਿਹਾ ਉਸ ਪ੍ਰੋਡਕਟ ਦਾ, ਉਸ ਬੇਸਿਸ ਤੇ ਇਨਫਲੇਸ਼ਨ ਨੂੰ ਕਾਊਂਟ ਕਰਨਾ। ਇੱਕ ਹੁੰਦਾ WPI ਕਿਹਦੇ ਦੁਆਰਾ, WPI ਦਾ ਕੀ ਮਤਲਬ ਹੁੰਦਾ ਹੋਲਸੇਲ ਪ੍ਰਾਈਸ ਇੰਡੈਕਸ। ਹੋਲਸੇਲ ਪ੍ਰਾਈਸ ਤਾਂ ਤੁਹਾਨੂੰ ਪਤਾ ਹੀ ਲੱਗਦਾ ਹੋਊਗਾ ਵੀ ਜਿਹੜੇ ਪ੍ਰਾਈਸ ਹੋਲਸੇਲ ਤੇ ਹੁੰਦੇ ਆ ਉਹਦੇ ਤੇ ਇਨਫਲੇਸ਼ਨ ਕਾਊਂਟ ਕੀਤੀ ਜਾਵੇ। ਪਰ ਜਿਹੜੀ ਆਪਣੀ ਇੰਡੀਆ ਦੇ ਵਿੱਚ ਜਿਹਨੂੰ ਸਟੈਂਡਰਡ ਬੈਰੋਮੀਟਰ ਮੰਨਿਆ ਜਾਂਦਾ ਇਨਫਲੇਸ਼ਨ ਦਾ, ਉਹ ਹੈਗਾ CPI ਜਾਂ ਕਹਿ ਸਕਦੇ ਕੰਜ਼ਿਊਮਰ ਪ੍ਰਾਈਸ ਇੰਡੈਕਸ। ਸਾਰਿਆਂ ਨੂੰ ਪਤਾ ਹੋਊਗਾ, ਅਗਰ ਤੁਸੀਂ ਮੇਰੇ ਇਕਨੋਮੀ ਦੇ ਲੈਕਚਰ ਲਾਏ ਹੈਗੇ ਆ ਸਾਡੀ ਪੇਡ ਕਲਾਸਿਸ ਦੇ ਵਿੱਚ, ਤੁਹਾਨੂੰ ਸਾਰਾ ਪਤਾ ਹੋਊਗਾ ਵੀ ਜਿਹੜੀ ਆਪਣੀ ਇਨਫਲੇਸ਼ਨ ਹੈਗੀ ਹੈ CPI ਦੇ ਰਾਹੀਂ ਮੇਜ਼ਰ ਕੀਤੀ ਜਾਂਦੀ ਹੈ, ਨਾ ਕਿ WPI ਦੇ ਰਾਹੀਂ ਮੇਜ਼ਰ ਕੀਤੀ ਜਾਂਦੀ ਹੁੰਦੀ ਹੈ। ਇਹ ਵੈਸੇ WPI ਇੰਡੈਕਸ ਜ਼ਰੂਰ ਹੁੰਦਾ ਇੰਡੀਆ ਦੇ ਵਿੱਚ, ਪਰ ਜਿਹੜੀ ਆਪਣੀ ਐਕਚੁਅਲ ਸਟੈਂਡਰਡ ਮੰਨਿਆ ਜਾਂਦਾ ਹੁੰਦਾ CPI ਮੰਨਿਆ ਜਾਂਦਾ ਹੁੰਦਾ। ਠੀਕ ਹੈ ਜੀ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਕਈ ਵਾਰੀ ਪੁੱਛ ਲਿਆ ਜਾਂਦਾ ਹੁੰਦਾ ਵੀ ਜਿਹੜਾ CPI ਹੁੰਦਾ ਉਹ ਕਿਹੜੀ ਆਰਗੇਨਾਈਜੇਸ਼ਨ ਦੁਆਰਾ ਰਿਲੀਜ਼ ਕੀਤਾ ਜਾਂਦਾ ਜਾਂ ਕੰਪਾਈਲ ਕੀਤਾ ਜਾਂਦਾ ਹੁੰਦਾ। ਜਿਹੜਾ CPI ਹੁੰਦਾ ਉਹ CSO ਦੁਆਰਾ ਰਿਲੀਜ਼ ਕੀਤਾ ਜਾਂਦਾ ਹੁੰਦਾ, ਜਾਂ ਕਹਿ ਸਕਦੇ ਆਪਾਂ ਸੈਂਟਰ ਸਟੈਟਿਸਟੀਕਲ ਆਫਿਸ ਦੁਆਰਾ ਰਿਲੀਜ਼ ਕੀਤਾ ਜਾਂਦਾ ਹੁੰਦਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਇਹਨੂੰ ਤੁਸੀਂ ਪੈਨ ਡਾਊਨ ਵੀ ਕਰ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ, ਕਿਉਂਕਿ ਜਿਹੜੇ CPI ਤੇ WPI ਦੇ ਬੇਸਿਸ ਤੇ ਕੁਐਸਚਨ ਹੈਗੇ ਆਪਣੇ ਐਗਜ਼ਾਮ ਦੇ ਵਿੱਚ ਬਹੁਤ ਹੀ ਜ਼ਿਆਦਾ ਪੁੱਛੇ ਜਾਂਦੇ ਹੁੰਦੇ ਆ। ਇਹ ਤੁਹਾਨੂੰ ਸਾਰਿਆਂ ਨੂੰ ਆਉਣੇ ਜ਼ਰੂਰੀ ਹੈਗੇ ਆ। ਹੁਣ ਆਪਾਂ ਨੂੰ ਇਹਦੇ ਨਾਲ ਹੀ ਮਿਲਦੀ ਜੁਲਦੀ ਪੁੱਛ ਲਈ ਜਾਂਦੀ ਹੁੰਦੀ ਹੈ ਵੀ ਜਿਹੜਾ CPI ਦਾ ਬੇਸ ਈਅਰ ਕੀ ਹੈਗਾ। ਬੇਸ ਈਅਰ ਤੁਹਾਨੂੰ ਪਤਾ ਹੀ ਹੋਊਗਾ, ਬੇਸ ਈਅਰ ਦਾ ਮਤਲਬ ਹੁੰਦਾ ਉਹ ਸਾਲ ਦੇ ਵਿੱਚ ਕਿੰਨੀ ਇਨਫਲੇਸ਼ਨ ਸੀਗੀ ਤੇ ਹੁਣ ਕਿੰਨੀ ਹੈਗੀ ਹੈ, ਉਸ ਹਿਸਾਬ ਦੇ ਨਾਲ ਆਪਣਾ ਬੇਸ ਈਅਰ ਕਾਊਂਟ ਹੁੰਦਾ। ਠੀਕ ਹੈ, ਸੋ ਬਹੁਤ ਹੀ ਇੰਪੋਰਟੈਂਟ ਇੱਕ ਹੋਰ ਕਰੰਟ ਅਫੇਅਰ ਆਪਣੇ ਨਾਲ ਮਿਲਦਾ ਜੁਲਦਾ ਬਣਦਾ ਹੈ ਵੀ ਜਿਹੜਾ CPI ਦਾ ਪਹਿਲਾਂ ਬੇਸ ਈਅਰ ਹੁੰਦਾ ਸੀਗਾ ਉਹ ਹੁੰਦਾ ਸੀਗਾ 2011 ਤੇ 12, ਪਰ ਹੁਣ ਰੀਸੈਂਟਲੀ ਜਿਹੜਾ CPI ਦਾ ਬੇਸ ਈਅਰ ਕਰ ਦਿੱਤਾ ਗਿਆ ਉਹ ਕਰ ਦਿੱਤਾ ਗਿਆ 2016। ਸੋ CPI ਨੂੰ ਮੇਜ਼ਰ ਕਰਨ ਵਾਸਤੇ ਜਿਹੜਾ ਬੇਸ ਈਅਰ ਹੈਗਾ ਉਹ ਕੀ ਹੈਗਾ 2016। WPI ਨੂੰ ਵੀ 2016 ਦੇ ਨਾਲ ਹੀ ਕੀਤਾ ਜਾਂਦਾ ਹੁੰਦਾ। ਠੀਕ ਹੈ, ਸੋ ਤੁਸੀਂ ਇਹ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ। ਇੰਡੀਆ ਦੇ ਵਿੱਚ ਜਿਹੜਾ ਸਟੈਂਡਰਡ ਹੈਗਾ ਜਿਹਦੇ ਰਾਹੀਂ ਆਪਣੀ ਇਨਫਲੇਸ਼ਨ ਮੇਜ਼ਰ ਕੀਤੀ ਜਾਂਦੀ ਹੁੰਦੀ ਹੈ ਉਹ ਹੈਗਾ CPI ਇੰਡੈਕਸ ਜਾਂ ਕਹਿ ਸਕਦੇ ਕੰਜ਼ਿਊਮਰ ਪ੍ਰਾਈਸ ਇੰਡੈਕਸ। ਇੰਡੀਆ ਵਿੱਚ ਦੋ ਤਰ੍ਹਾਂ ਦੇ ਇੰਡੈਕਸ ਹੁੰਦੇ, ਇੱਕ ਹੁੰਦਾ ਹੋਲਸੇਲ ਪ੍ਰਾਈਸ ਇੰਡੈਕਸ, ਇੱਕ ਹੁੰਦਾ ਕੰਜ਼ਿਊਮਰ ਪ੍ਰਾਈਸ ਇੰਡੈਕਸ। ਪਰ ਜਿਹੜੀ ਇੰਡੀਆ ਦੇ ਵਿੱਚ ਇਨਫਲੇਸ਼ਨ ਮੇਜ਼ਰ ਕੀਤੀ ਜਾਂਦੀ ਹੁੰਦੀ ਹੈ ਉਹ ਕੀਤੀ ਜਾਂਦੀ ਹੈ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੁਆਰਾ, ਜਿਹਦਾ ਬੇਸ ਈਅਰ ਹੈਗਾ 2016 ਤੇ 17। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਜਿਹੜਾ ਇਨਫਲੇਸ਼ਨ ਦਾ ਟਾਰਗੇਟ ਹੈਗਾ 5 ਸਾਲਾਂ ਲਈ ਦਿੱਤਾ ਜਾਂਦਾ ਹੁੰਦਾ। ਕਿਹਦੇ ਦੁਆਰਾ ਦਿੱਤਾ ਜਾਂਦਾ ਹੁੰਦਾ, ਗਵਰਨਮੈਂਟ ਆਫ ਇੰਡੀਆ ਦੁਆਰਾ ਦਿੱਤਾ ਜਾਂਦਾ ਹੁੰਦਾ। ਕਿਹਨੂੰ ਦਿੱਤਾ ਜਾਂਦਾ ਹੁੰਦਾ, RBI ਨੂੰ ਦਿੱਤਾ ਜਾਂਦਾ ਹੁੰਦਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੀਜ਼ਾਂ ਹੈਗੀਆਂ, ਸਾਰੀ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਹੈਗਾ ਵਿਚ ਇਜ਼ ਦਾ ਫਸਟ ਸਟੇਟ ਇੰਡੀਆ ਟੂ ਕਮਿਸ਼ਨ ਫਾਰਮ ਬੇਸਡ ਸੋਲਰ ਪਾਵਰ ਪ੍ਰੋਜੈਕਟ ਅੰਡਰ ਦਾ PM ਕੁਸੁਮ ਸਕੀਮ। ਸੋ PM ਕੁਸੁਮ ਸਕੀਮ ਦੇ ਅੰਡਰ ਸਭ ਤੋਂ ਜ਼ਿਆਦਾ ਜਿਹੜੀ ਆਪਣੀ ਜਾਂ ਕਹਿ ਸਕਦੇ ਜਿਹੜੀ ਪਹਿਲੀ ਸਟੇਟ ਹੈਗੀ ਹੈ ਜਿਹਨੇ ਫਾਰਮ ਬੇਸ ਸੋਲਰ ਪਾਵਰ ਪ੍ਰੋਜੈਕਟ ਦਿੱਤੇ ਹੈਗੇ ਆ PM ਕੁਸੁਮ ਸਕੀਮ ਦੇ ਅੰਡਰ, ਉਹ ਕਿਹੜੀ ਸਟੇਟ ਹੈਗੀ ਹੈ ਤਾਂ ਆਪਣਾ ਆਨਸਰ ਆ ਜਾਊਗਾ ਰਾਜਸਥਾਨ ਨੇ ਦਿੱਤੇ ਹੈਗੇ ਆ। ਠੀਕ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਨੈਕਸਟ ਹੈਗਾ ਹੂ ਹੈਜ਼ ਬੀਨ ਅਪਾਇੰਟਡ ਐਜ਼ ਦਾ ਐਕਸਟਰਨਲ ਆਡੀਟਰ ਆਫ ਦਾ ਆਰਗੇਨਾਈਜੇਸ਼ਨ ਫॉर द प्रोहिबिशन ऑफ द कैमिकल वैपन। सो OPCW ਦਾ एक्सटर्नल ऑडिटर किनू बनाया गया तो अपना आंसर आ जाऊगा GC मुर्मू ਨੂੰ बनाया गया। बहुत ही ज़्यादा इंपॉर्टेंट है। GC मुर्मू ही अपने इंडिया के कैग है या कह सकते हैं कंट्रोलर एंड ऑडिटर जनरल ऑफ इंडिया है। कंट्रोलर एंड ऑडिटर जनरल ऑफ इंडिया का ਕਿਹੜਾ ਹੈਗਾ ਆਪਣਾ ਆਰਟੀਕਲ ਕਿਹੜਾ ਹੈਗਾ ਆਪਣੇ ਸੰਵਿਧਾਨ ਦੇ ਵਿੱਚ ਤਾਂ ਆਪਣਾ ਆਨਸਰ ਆ ਜਾਊਗਾ 148 ਆਰਟੀਕਲ ਕਿਹਦੇ ਨਾਲ ਡੀਲ ਕਰਦਾ ਹੈ, ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਦੇ ਨਾਲ ਡੀਲ ਕਰਦਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਆਪਣੇ ਸਭ ਤੋਂ ਪਹਿਲੇ ਕੈਗ ਕੌਣ ਸੀਗੇ ਇੰਡੀਆ ਦੇ ਤਾਂ ਆਪਣਾ ਆਨਸਰ ਆ ਜਾਊਗਾ V ਨਰਹਾਰੀ ਰਾਓ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਇੰਡੀਆ ਦੇ ਸਭ ਤੋਂ ਪਹਿਲੇ ਕੈਗ ਕੌਣ ਸੀਗੇ V ਨਰਹਾਰੀ ਰਾਓ। ਕੈਗ ਦਾ ਆਰਟੀਕਲ ਕਿਹੜਾ ਹੈਗਾ 148। ਹੁਣ ਆਪਾਂ ਨੂੰ ਪੁੱਛ ਲਿਆ ਜਾਂਦਾ ਵੀ ਕੈਗ ਇਹ ਕੌਂਸਟੀਟਿਊਸ਼ਨ ਬੋਡੀ ਹੈ, ਨॉन ਕੌਂਸਟੀਟਿਊਸ਼ਨਲ ਹੈ ਜਾਂ ਸਟੈਚੂਟਰੀ ਬੋਡੀ ਹੈਗੀ। ਤੁਹਾਨੂੰ ਸਾਰਿਆਂ ਨੂੰ ਪਤਾ ਹੋਣਗੀਆਂ ਚੀਜ਼ਾਂ ਸਾਰੀਆਂ। ਜੇ ਤੁਸੀਂ ਮੇਰੇ ਪੋਲਿਟੀ ਦੇ ਲੈਕਚਰ ਲਾਏ ਹੋ ਤੁਹਾਨੂੰ ਸਾਰਾ ਪਤਾ ਹੋਊਗਾ ਸਟੈਚੂਟਰੀ ਕੀ ਹੁੰਦਾ, ਕੌਂਸਟੀਟਿਊਸ਼ਨ ਕੀ ਹੁੰਦਾ, ਨॉन ਕੌਂਸਟੀਟਿਊਸ਼ਨ ਕੀ ਹੁੰਦਾ। ਸੋ ਆਪਾਂ ਨੂੰ ਪੁੱਛ ਲਿਆ ਜਾਵੇ ਕੈਗ ਕੀ ਹੈ, ਕਿਹੜੀ ਬੋਡੀ ਹੈਗੀ ਹੈ, ਕੌਂਸਟੀਟਿਊਸ਼ਨਲ, ਨॉन ਕੌਂਸਟੀਟਿਊਸ਼ਨਲ ਹੈ ਜਾਂ ਸਟੈਚੂਟਰੀ ਬੋਡੀ ਹੈਗੀ ਹੈ ਤਾਂ ਆਪਣਾ ਆਨਸਰ ਆ ਜਾਊਗਾ ਕੈਗ ਇਜ਼ ਏ ਕੌਂਸਟੀਟਿਊਸ਼ਨ ਬੋਡੀ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। 148 ਆਰਟੀਕਲ ਜਿਹੜਾ ਆਪਣਾ ਕੌਂਸਟੀਟਿਊਸ਼ਨ ਹੈਗਾ ਉਹਦੇ ਅੰਡਰ ਬਣਾਈ ਜਾਂਦੀ ਹੁੰਦੀ। ਕੈਗ ਇੱਕ ਕੌਂਸਟੀਟਿਊਸ਼ਨਲ ਬੋਡੀ ਹੈਗੀ ਹੈ। ਤੁਸੀਂ ਇੱਕ ਧਿਆਨ ਦੇ ਵਿੱਚ ਰੱਖਣਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। GC ਮੁਰਮੂ ਆਪਣੇ ਇੰਡੀਆ ਦੇ ਪ੍ਰੈਜ਼ੈਂਟ ਕੈਗ ਵੀ ਹੈਗੇ ਆ। ਬਹੁਤ ਹੀ ਇੰਪੋਰਟੈਂਟ ਹੈ। ਜਿਹੜੇ ਹੁਣ GC ਮੁਰਮੂ ਹੈਗੇ ਆਪਣੇ ਇੰਡੀਆ ਦੇ ਕੈਗ ਹੈਗੇ ਆ, ਪਹਿਲਾਂ ਲੈਫਟੀਨੈਂਟ ਗਵਰਨਰ ਹੁੰਦੇ ਸੀਗੇ UT ਆਫ ਜੰਮੂ ਐਂਡ ਕਸ਼ਮੀਰ ਦੇ। ਸੋ ਇਹਨੂੰ ਵੀ ਤੁਸੀਂ ਯਾਦ ਰੱਖ ਸਕਦੇ ਹੋ, ਐਕਸਟਰਾ ਫੈਕਟ ਹੈਗਾ। ਬਾਕੀ ਤੁਸੀਂ ਛੱਡਣਾ ਚਾਹੋ ਛੱਡ ਵੀ ਸਕਦੇ ਹੋ। ਨੈਕਸਟ ਹੈਗਾ ਵਰੁਣਾ ਨਾਵਲ ਐਕਸਰਸਾਈਜ਼ ਵਿਲ ਬੀ ਹੈਲਡ ਬਿਟਵੀਨ ਇੰਡੀਆ, ਫਰਾਂਸ ਐਂਡ ਵਿਚ ਕੰਟਰੀ।
ਸੋ ਵਰੁਣਾ ਐਕਸਰਸਾਈਜ਼ ਹੈਗੀ ਹੈ, ਮੈਂ ਤੁਹਾਨੂੰ ਦੱਸਿਆ ਸੀਗਾ ਜਿਹੜਾ ਆਪਣਾ ਸਭ ਤੋਂ ਪਹਿਲਾ ਲੈਕਚਰ ਸੀਗਾ ਉਹਦੇ ਵਿੱਚ ਮੈਂ ਕਰਵਾਈਆਂ ਸੀ ਐਕਸਰਸਾਈਜ਼, ਕਾਫੀ ਐਕਸਰਸਾਈਜ਼ਾਂ ਕਰਵਾਈਆਂ ਸੀਗੀਆਂ, ਜਿਵੇਂ ਕਿ ਯੁੱਧ ਅਭਿਆਸ ਦੱਸੀ ਸੀਗੀ ਤੁਹਾਨੂੰ, ਇੰਡੀਆ ਤੇ USA ਦੇ ਵਿੱਚ ਹੁੰਦੀ ਹੈ, ਵਜਰ ਪ੍ਰਹਾਰ ਇੰਡੀਆ ਤੇ USA ਦੇ ਵਿੱਚ ਹੁੰਦੀ ਹੈ, ਮਾਲਾਬਾਰ ਤੁਹਾਨੂੰ ਦੱਸਿਆ ਸੀਗਾ ਇੰਡੀਆ ਤੇ USA ਦੇ ਵਿੱਚ ਹੁੰਦੀ ਹੈ, ਹੈਂਡ ਇਨ ਹੈਂਡ ਦੱਸਿਆ ਸੀ ਚਾਈਨਾ ਦੇ ਵਿੱਚ ਹੁੰਦੀ ਹੈ। ਇਸੇ ਤਰ੍ਹਾਂ ਕਾਫੀ ਐਕਸਰਸਾਈਜ਼ਾਂ ਤੁਹਾਨੂੰ ਕਰਵਾਈਆਂ ਸੀ ਡੈਪਥ ਦੇ ਵਿੱਚ। ਉਸੇ ਦਿਨ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਿਹੜੀ ਇੰਦਰ ਐਕਸਰਸਾਈਜ਼ ਹੈਗੀ ਹੈ ਰਸ਼ੀਆ ਦੇ ਨਾਲ ਹੁੰਦੀ ਹੈ, ਜਿਹੜੀ ਵਰੁਣਾ ਐਕਸਰਸਾਈਜ਼ ਹੈਗੀ ਹੈ ਫਰਾਂਸ ਦੇ ਨਾਲ ਹੁੰਦੀ ਹੈ। ਯੂਜ਼ਲੀ ਫਰਾਂਸ ਦੇ ਨਾਲ ਹੁੰਦੀ ਹੈ, ਪਰ ਇਸ ਵਾਰੀ ਤੀਜੀ ਕੰਟਰੀ ਦੇ ਨਾਲ ਮਿਲ ਕੇ ਹੋ ਰਹੀ ਐਕਸਰਸਾਈਜ਼। ਤਾਂ ਤੀਜੀ ਕੰਟਰੀ ਕਿਹੜੀ ਹੈਗੀ ਹੈ ਇਸ ਵਾਰੀ? UAE, ਜਾਂ ਬਹੁਤ ਹੀ ਇੰਪੋਰਟੈਂਟ ਹੈਗੀ ਹੈ। UAE ਦੇ ਨਾਲ ਹੋਰ ਕਿਹੜੀਆਂ ਚੀਜ਼ਾਂ ਜੁੜੀਆਂ ਹੋਈਆਂ? ਤਾਂ ਆਪਣਾ ਆਨਸਰ ਆ ਜਾਊਗਾ ਜਿਹੜੀ ਹੋਪ ਪ੍ਰੋਮ ਮਿਸ਼ਨ ਹੈਗਾ ਉਹ ਵੀ UAE ਦੇ ਨਾਲ ਜੁੜਿਆ ਹੋਇਆ ਹੈ, ਜਿਹੜਾ ਕਿ ਮਾਰਸ 'ਤੇ ਜਾਣਾ ਹੈ। ਅਤੇ ਦੂਜੀ ਗੱਲ ਇਹ ਹੈਗੀ ਜੋ ਸਭ ਤੋਂ ਇੰਪੋਰਟੈਂਟ ਹੈਗੀ, ਇੱਕ ਰਸ਼ੀਦ ਲੂਨਰ ਪ੍ਰੋਜੈਕਟ ਹੈਗਾ ਉਹ ਵੀ UAE ਦੇ ਨਾਲ ਜੁੜਿਆ ਹੋਇਆ ਹੈ। ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੇ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੀਆਂ। ਜੋ ਮੈਂ ਤੁਹਾਨੂੰ ਦੱਸ ਰਿਹਾ ਕੁਛ ਨਾ ਕੁਛ ਗੱਲਾਂ ਤੁਹਾਡੇ ਐਗਜ਼ਾਮ ਦੇ ਵਿੱਚ ਤੁਹਾਨੂੰ ਵੇਖਣ ਨੂੰ ਜ਼ਰੂਰ ਮਿਲਣਗੀਆਂ, ਠੀਕ ਹੈ ਜੀ। ਹੋਪਫੁਲੀ ਤੁਹਾਨੂੰ ਲੈਕਚਰਸ ਵਧੀਆ ਲੱਗ ਰਹੇ ਹੋਣਗੇ ਅਤੇ ਸਾਰੀਆਂ ਚੀਜ਼ਾਂ ਸਮਝ ਆ ਗਈਆਂ ਹੋਣਗੀਆਂ। ਜੇ ਕਿਸੇ ਨੂੰ ਕੋਈ ਚੀਜ਼ ਸਮਝ ਨਹੀਂ ਆ ਰਹੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਜ਼ਰੂਰ ਪੁੱਛੋ, ਮੈਂ ਹਰ ਕਿਸੇ ਦੇ ਰਿਪਲਾਈ ਕਰ ਵੀ ਰਿਹਾ, ਕੋਸ਼ਿਸ਼ ਕਰ ਰਿਹਾ ਮੈਕਸਿਮਮ ਰਿਪਲਾਈ ਕਰਨ ਦੀ। ਫਿਰ ਵੀ ਤੁਹਾਨੂੰ ਕਿਸੇ ਚੀਜ਼ ਦੀ ਸਮਝ ਨਹੀਂ ਆ ਰਹੀ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ, ਉਹ ਵੀ ਤੁਹਾਡੇ ਕੋਲ ਇੱਕ ਆਪਸ਼ਨ ਖੁੱਲ੍ਹਾ ਹੈਗਾ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ ਜੋ ਆਪਣੇ ਲਈ ਜ਼ਰੂਰੀ ਹੈਗਾ। ਸੋ ਨੈਕਸਟ ਕੁਐਸਚਨ ਹੈਗਾ, ਵਿਚ ਸਟੇਟ ਗਵਰਨਮੈਂਟ ਰੀਸੈਂਟਲੀ ਗੋਟ ਅਪਰੂਵਲ ਫਰੋਮ ਦਾ ਫਾਈਨੈਂਸ਼ੀਅਲ ਅਸਿਸਟੈਂਸ ਫਰੋਮ ਦਾ ਵਰਲਡ ਬੈਂਕ, Asian Infrastructure Bank for its USDT 300 million canal based drinking water project। ਸੋ ਕੈਨਲ ਬੇਸਡ ਡਰਿੰਕਿੰਗ ਵਾਟਰ ਪ੍ਰੋਜੈਕਟ ਹੈਗਾ ਜਿਹੜਾ ਕਿ ਪੰਜਾਬ ਵਾਸਤੇ ਅਪਰੂਵ ਹੋਇਆ। ਕਿਹੜੇ ਬੈਂਕਾਂ ਦੁਆਰਾ ਅਪਰੂਵ ਕੀਤਾ ਗਿਆ? ਤਾਂ ਆਪਣਾ ਆਨਸਰ ਆ ਜਾਊਗਾ ਵਰਲਡ ਬੈਂਕ ਤੇ AIIB ਦੁਆਰਾ। ਸੋ ਹੁਣ ਆਪਾਂ ਕੁਝ ਗੱਲਾਂ ਹੈਗੀਆਂ ਜੋ ਵਰਲਡ ਬੈਂਕ ਬਾਰੇ ਆਪਾਂ ਨੂੰ ਪਤਾ ਹੋਣੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ। ਤੁਸੀਂ ਪਲੀਜ਼ ਆਪਣਾ ਪੈਨ ਕਾਪੀ ਕੱਢ ਲਓ, ਜੋ ਮੈਂ ਤੁਹਾਨੂੰ ਵਰਲਡ ਬੈਂਕ ਬਾਰੇ ਗੱਲਾਂ ਦੱਸਦਾ ਤੁਸੀਂ ਉਹ ਹੁਣੇ ਪੈਨ ਡਾਊਨ ਕਰ ਲਓ, ਠੀਕ ਹੈ ਜੀ। ਸੋ ਸਭ ਤੋਂ ਇੰਪੋਰਟੈਂਟ ਪੁਆਇੰਟ ਹੈਗਾ ਵਰਲਡ ਬੈਂਕ ਦਾ ਵੀ ਵਰਲਡ ਬੈਂਕ ਦੇ ਹੈੱਡਕੁਆਟਰਸ ਕਿੱਥੇ ਹੈਗੇ ਆ। ਸੋ ਵਰਲਡ ਬੈਂਕ ਦੇ ਹੈੱਡਕੁਆਟਰ ਹੈਗੇ ਆ ਵਾਸ਼ਿੰਗਟਨ DC ਦੇ ਵਿੱਚ। ਪਲੀਜ਼ ਪੈਨ ਡਾਊਨ ਕਰ ਲਓ, ਵਰਲਡ ਬੈਂਕ ਦੇ ਹੈੱਡਕੁਆਟਰ ਕਿੱਥੇ ਹੈਗੇ ਆ? ਵਾਸ਼ਿੰਗਟਨ DC ਦੇ ਵਿੱਚ। ਵਰਲਡ ਬੈਂਕ ਦੇ ਐਟ ਪ੍ਰੈਜ਼ੈਂਟ ਪ੍ਰੈਜ਼ੀਡੈਂਟ ਕੌਣ ਹੈਗੇ ਆ? ਤਾਂ ਆਪਣਾ ਆਨਸਰ ਆ ਜਾਊਗਾ ਡੇਵਿਡ ਮੈਲਪਾਸ। ਡੇਵਿਡ ਮੈਲਪਾਸ, ਮੈਲਪਾਸ ਦੇ ਸਪੈਲਿੰਗ ਹੈਗੇ ਆ MALPASS, ਡੇਵਿਡ DAVID MALPASS। ਡੇਵਿਡ ਮੈਲਪਾਸ ਕੌਣ ਹੈਗੇ ਆ? ਐਟ ਪ੍ਰੈਜ਼ੈਂਟ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਹੈਗੇ ਆ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ, ਅਗਰ ਕਿਸੇ ਨੂੰ ਕੁਛ ਵੀ ਸਮਝ ਨਹੀਂ ਆ ਰਿਹਾ ਤੁਸੀਂ ਮੈਨੂੰ ਪੁੱਛ ਸਕਦੇ ਹੋ। ਹੈੱਡਕੁਆਟਰ ਹੈਗੇ ਆ ਵਾਸ਼ਿੰਗਟਨ DC ਦੇ ਵਿੱਚ, ਜੋ ਕਿ ਯੂਨਾਈਟਿਡ ਸਟੇਟ ਆਫ ਅਮਰੀਕਾ ਦੇ ਵਿੱਚ ਹੈਗਾ। ਸੋ ਇਹ ਕਦੋਂ ਸਟੈਬਲਿਸ਼ ਹੋਇਆ ਸੀਗਾ? ਇਹ ਸਟੈਬਲਿਸ਼ ਹੋਇਆ ਸੀਗਾ 1944 ਦੇ ਵਿੱਚ। ਕਿਹੜੀ ਕਾਨਫਰੰਸ ਦੇ ਰਾਹੀਂ ਹੋਇਆ ਸੀਗਾ? ਬ੍ਰੈਟਨ ਵੁਡ ਕਾਨਫਰੰਸ ਦੇ ਰਾਹੀਂ ਹੋਇਆ ਸੀਗਾ। ਦੋ ਚੀਜ਼ਾਂ ਬਣੀਆਂ ਸੀ ਬ੍ਰੈਟਨ ਵੁਡ ਕਾਨਫਰੰਸ ਦੇ ਰਾਹੀਂ, ਇੱਕ ਤਾਂ ਬਣਿਆ ਸੀ ਵਰਲਡ ਬੈਂਕ, ਦੂਜਾ ਬਣਿਆ ਸੀਗਾ ਇੰਟਰਨੈਸ਼ਨਲ ਮੋਨੀਟਰੀ ਫੰਡ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। IMF ਤੇ ਵਰਲਡ ਬੈਂਕ ਦੋ ਚੀਜ਼ਾਂ ਬਣੀਆਂ ਸੀਗੀਆਂ ਬ੍ਰੈਟਨ ਵੁਡ ਕਾਨਫਰੰਸ ਦੇ ਰਾਹੀਂ 1944 ਦੇ ਵਿੱਚ। ਸੋ ਵਾਸ਼ਿੰਗਟਨ DC ਹੈੱਡਕੁਆਟਰ ਹੈਗੇ ਆ, ਪ੍ਰੈਜ਼ੀਡੈਂਟ ਡੇਵਿਡ ਮੈਲਪਾਸ ਹੈਗੇ ਆ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੇ ਆ। ਜੋ ਮੈਂ ਤੁਹਾਨੂੰ ਦੱਸ ਰਿਹਾ ਚੀਜ਼ਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੀਆਂ। ਸੋ ਤੁਹਾਨੂੰ ਕੁਝ ਗੱਲਾਂ ਹੋਰ ਵੀ ਹੈਗੀਆਂ ਜੋ ਵਰਲਡ ਬੈਂਕ ਦੇ ਨਾਲ ਰਿਲੇਟਡ ਹੈਗੀਆਂ। ਵਰਲਡ ਬੈਂਕ ਦੇ ਅੰਡਰ ਕੁਝ ਹੋਰ ਬੈਂਕ ਆਉਂਦੇ ਆ, ਜਾਂ ਕਹਿ ਸਕਦੇ ਹਾਂ ਕੁਝ ਹੋਰ ਚੀਜ਼ਾਂ ਆਉਂਦੀਆਂ। ਵਰਲਡ ਬੈਂਕ ਗਰੁੱਪ ਦੇ ਵਿੱਚ ਕਿਹੜੀਆਂ ਚੀਜ਼ਾਂ ਆ ਜਾਂਦੀਆਂ? ਦ ਵਰਲਡ ਬੈਂਕ ਗਰੁੱਪ ਇਜ਼ ਐਕਸਟੈਂਡਿਡ ਫੈਮਿਲੀ ਆਫ 5 ਇੰਟਰਨੈਸ਼ਨਲ ਆਰਗੇਨਾਈਜੇਸ਼ਨ। ਜਿਹੜਾ ਵਰਲਡ ਬੈਂਕ ਗਰੁੱਪ ਹੈਗਾ, ਇੱਕ ਤਾਂ ਵਰਲਡ ਬੈਂਕ ਹੋ ਗਿਆ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਤਾ, ਇੱਕ ਹੋ ਗਿਆ ਵਰਲਡ ਬੈਂਕ ਗਰੁੱਪ ਜਿਹਦੇ ਅੰਦਰ 5 ਫਰਦਰ ਬੈਂਕ ਆਉਂਦੇ ਆ। ਉਹਨਾਂ ਦੇ ਨਾਮ ਕੀ ਹੈਗੇ ਤੁਸੀਂ ਲਿਖ ਲੈਣੇ ਆ। ਇੰਟਰਨੈਸ਼ਨਲ ਬੈਂਕ ਫॉर ਰਿਕਨਸਟਰਕਸ਼ਨ ਐਂਡ ਡਿਵੈਲਪਮੈਂਟ, ਇੰਟਰਨੈਸ਼ਨਲ ਡਿਵੈਲਪਮੈਂਟ ਐਸੋਸੀਏਸ਼ਨ, ਇੰਟਰਨੈਸ਼ਨਲ ਫਾਈਨੈਂਸ ਕਾਰਪੋਰੇਸ਼ਨ, ਮਲਟੀਲੇਟਰਲ ਇਨਵੈਸਟਮੈਂਟ ਗਰੰਟੀ ਏਜੰਸੀ, ਇੰਟਰਨੈਸ਼ਨਲ ਸੈਂਟਰ ਫॉर ਦਾ ਸੈਟਲਮੈਂਟ ਆਫ ਇਨਵੈਸਟਮੈਂਟ ਡਿਸਪਿਊਟਸ, ਠੀਕ ਹੈ। ਸੋ ਇਹ ਸਾਰੇ ਤੁਸੀਂ ਯਾਦ ਰੱਖਣੇ ਆ। ਸੋ ਨੈਕਸਟ ਹੈਗਾ AIIB ਦੇ ਹੈੱਡਕੁਆਟਰ ਕਿੱਥੇ ਹੈਗੇ? ਮੈਂ ਤੁਹਾਨੂੰ ਇਹ ਆਲਰੇਡੀ ਵੀ ਦੱਸ ਚੁੱਕਿਆ ਪ੍ਰੀਵੀਅਸ ਲੈਕਚਰ ਦੇ ਵਿੱਚ, ਤੁਹਾਨੂੰ ਮੈਂ ਬਹੁਤ ਹੀ ਚੰਗੀ ਤਰ੍ਹਾਂ ਸਮਝਾ ਚੁੱਕਿਆ ਵੀ AIB ਦੇ ਹੈੱਡਕੁਆਟਰ ਕਿੱਥੇ ਹੈਗੇ ਆ। AIB ਦੇ ਹੈੱਡਕੁਆਟਰ ਹੈਗੇ ਬੀਜਿੰਗ ਦੇ ਵਿੱਚ, ਚਾਈਨਾ ਦੇ ਵਿੱਚ। ਤੁਹਾਨੂੰ ਮੈਂ ਦੱਸਿਆ ਸੀਗਾ ਵੀ NDB ਦੇ ਹੈੱਡਕੁਆਟਰ ਕਿੱਥੇ ਹੈਗੇ ਆ। NDB ਦੇ ਹੈੱਡਕੁਆਟਰ ਹੈਗੇ ਆ ਸ਼ੰਘਾਈ ਦੇ ਵਿੱਚ। NDB ਦੇ ਹੈੱਡਕੁਆਟਰ ਕਿੱਥੇ ਹੈਗੇ? ਸ਼ੰਘਾਈ ਦੇ ਵਿੱਚ। AIB ਦੇ ਹੈੱਡਕੁਆਟਰ ਕਿੱਥੇ ਹੈਗੇ? ਬੀਜਿੰਗ ਦੇ ਵਿੱਚ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਸੋ ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਜਿਹੜਾ ਪ੍ਰੈਜ਼ੀਡੈਂਟ ਹੈਗੇ AIB ਦਾ ਤੁਸੀਂ ਲਿਖ ਸਕਦੇ ਹੋ ਜਿਨ ਲਿਕੁਇਨ ਹੈ, ਪ੍ਰੈਜ਼ੀਡੈਂਟ ਹੈਗੇ ਆ AIIB ਦੇ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। AIIB ਦੇ ਪ੍ਰੈਜ਼ੀਡੈਂਟ ਕੌਣ ਹੈਗੇ ਆ? ਜਿਨ ਲਿਕੁਇਨ। ਤੇ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਕੌਣ ਹੈਗੇ? ਡੇਵਿਡ ਮੈਲਪਾਸ। AIB ਦੇ ਹੈੱਡਕੁਆਟਰ ਕਿੱਥੇ ਹੈਗੇ? ਆਪਣੇ ਬੀਜਿੰਗ ਦੇ ਵਿੱਚ। NDB ਦੇ ਹੈੱਡਕੁਆਟਰ ਕਿੱਥੇ ਹੈਗੇ? ਸ਼ੰਘਾਈ ਦੇ ਵਿੱਚ। ਸੋ ਇਹ ਸਾਰੀਆਂ ਗੱਲਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ।
ਸੋ ਪੰਜਾਬ ਨੂੰ ਇਹਨਾਂ ਦੋਨਾਂ ਬੈਂਕਾਂ ਨੇ ਲੋਨ ਦਿੱਤਾ ਹੈਗਾ, ਸੋ ਤੁਸੀਂ ਇਹਨਾਂ ਨੂੰ ਪੈਨ ਡਾਊਨ ਕਰ ਲੈਣਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕਾਫੀ ਜ਼ਰੂਰੀ ਹੈਗਾ। ਸੋ ਨੈਕਸਟ ਕੁਐਸਚਨ ਹੈਗਾ, ਵੀ ਸਟੇਟ ਗਵਰਨਮੈਂਟ ਬਿਕਮ ਦ ਫਸਟ ਇਨ ਇੰਡੀਆ ਟੂ ਪ੍ਰੋਵਾਈਡ 5 ਲੱਖ ਹੈਲਥ ਇੰਸ਼ੋਰੈਂਸ ਕਵਰੇਜ ਟੂ ਆਲ ਦ ਫੈਮਿਲੀਜ਼ ਇਨ ਦ ਸਟੇਟ ਥਰੂ ਇਟਸ ਮੁੱਖ ਮੰਤਰੀ ਚਿਰੰਜੀਵੀ ਸਵਸਥ ਬੀਮਾ ਯੋਜਨਾ। ਜਿਵੇਂ ਆਪਣੀ ਤੁਹਾਨੂੰ ਪਤਾ ਹੀ ਹੈਗਾ, ਜਿਹੜੀ ਆਪਣੀ ਆਰੋਗਿਆ ਯੋਜਨਾ ਹੈਗੀ ਆ ਉਹਦੇ ਨਾਲ ਮਿਲਦੀ ਜੁਲਦੀ ਰਾਜਸਥਾਨ ਗੌਰਮੈਂਟ ਨੇ ਇੱਕ ਯੋਜਨਾ ਚਲਾਈ ਸੀਗੀ ਜਿਹਦਾ ਨਾਮ ਹੈਗਾ ਮੁੱਖ ਮੰਤਰੀ ਚਿਰੰਜੀਵੀ ਸਵਸਥ ਬੀਮਾ ਯੋਜਨਾ। ਉਹਨਾਂ ਨੇ ਮੈਕਸਿਮਮ ਕਵਰ ਕੀਤਾ ਫੈਮਿਲੀਜ਼ ਨੂੰ ਇਸ ਯੋਜਨਾ ਦੇ ਅੰਡਰ। ਕਿਹੜੀ ਸਟੇਟ ਨੇ ਕੀਤਾ? ਤਾਂ ਆਪਣਾ ਆਨਸਰ ਆ ਜਾਊਗਾ ਰਾਜਸਥਾਨ ਨੇ। ਹੁਣੇ ਰਿਸੈਂਟਲੀ ਨਿਊਜ਼ ਦੇ ਵਿੱਚ ਸੀਗੀ, ਸੋ ਜਿਹੜੀ ਸੈਂਟਰ ਦੇ ਵਿੱਚ ਜਿਹੜੀ ਚੱਲ ਰਹੀ ਹੈ ਆਰੋਗਿਆ ਯੋਜਨਾ ਚੱਲ ਰਹੀ ਹੈ, ਉਹਦੀ ਹੀ ਇੱਕ ਕਾਪੀ ਕਹਿ ਸਕਦੇ ਆ ਆਪਣਾ ਰਾਜਸਥਾਨ ਗੌਰਮੈਂਟ ਨੇ ਚਲਾਈ ਹੈ। ਉਸ ਯੋਜਨਾ ਦਾ ਨਾਮ ਕੀ ਹੈਗਾ? ਮੁੱਖ ਮੰਤਰੀ ਚਿਰੰਜੀਵੀ ਸਵਸਥ ਬੀਮਾ ਯੋਜਨਾ। ਠੀਕ ਹੈ, ਸੋ ਇਹ ਸਾਰਿਆਂ ਨੂੰ ਯਾਦ ਹੋਣਾ ਚਾਹੀਦਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਸੋ ਇਹਦੇ ਅੰਦਰ ਕੀ ਹੋਊਗਾ? ਇਹਦੇ ਅੰਡਰ 5 ਲੱਖ ਦਾ ਹੈਲਥ ਇੰਸ਼ੋਰੈਂਸ ਪ੍ਰੋਵਾਈਡ ਕੀਤਾ ਜਾਊਗਾ ਪੂਰੀ ਦੀ ਪੂਰੀ ਫੈਮਿਲੀ ਨੂੰ। ਠੀਕ ਹੈ, ਸੋ ਪ੍ਰੀ ਹੋਸਪਿਟਲਾਈਜੇਸ਼ਨ ਤੇ ਪੋਸਟ ਹੋਸਪਿਟਲਾਈਜੇਸ਼ਨ ਜਿਹੜੇ ਵੀ ਚਾਰਜਿਸ ਹੁੰਦੇ ਆ ਉਹ ਇਹਦੇ ਗਵਰਨਮੈਂਟ ਦੁਆਰਾ ਬੀਅਰ ਕੀਤੇ ਜਾਣਗੇ। ਠੀਕ ਹੈ, ਸੋ ਇਹ ਗੱਲਾਂ ਵੀ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਸੋ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ ਜੋ ਆਪਣੇ ਲਈ ਜ਼ਰੂਰੀ ਹੈਗਾ। ਨੈਕਸਟ ਹੈਗਾ, ਹੂ ਵਾਜ਼ ਅਪॉइंटेड ਐਜ਼ ਦ ਨਿਊ ਮਿਸ਼ਨ ਡਾਇਰੈਕਟਰ ਆਫ ਨੀਤੀ ਯੋਗ ਅਟਲ ਇਨੋਵੇਸ਼ਨ ਮਿਸ਼ਨ। ਸੋ ਨਿਊ ਡਾਇਰੈਕਟਰ ਕੌਣ ਅਪॉइंट ਹੋਇਆ ਅਟਲ ਇਨੋਵੇਸ਼ਨ ਮਿਸ਼ਨ ਦਾ? ਤਾਂ ਆਪਣਾ ਆਨਸਰ ਹੋਣਾ ਚਾਹੀਦਾ ਚਿੰਤਨ ਵੈਸ਼ਨਵ। ਆਲਰੇਡੀ ਵੀ ਆਪਾਂ ਕਰ ਚੁੱਕੇ ਹਾਂ, ਕੁਐਸਚਨ ਫਿਰ ਰਿਪੀਟ ਕਰ ਰਹੇ ਹਾਂ ਕਿਉਂਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਜਦੋਂ ਆਪਾਂ ਅਪॉइंटमेंट्स ਵਾਲਾ ਸੈਕਸ਼ਨ ਕਰਾਂਗੇ ਉਦੋਂ ਤੁਹਾਨੂੰ ਸਾਰੀਆਂ ਦੀਆਂ ਸਾਰੀਆਂ ਅਪॉइंटमेंट्स ਕਰਵਾਈਆਂ ਜਾਣਗੀਆਂ। ਠੀਕ ਹੈ ਜੀ, ਆਪਾਂ ਹੋਪਫੁਲੀ ਕੱਲ ਕਰਾਂਗੇ ਅਪॉइंटमेंट्स ਜਿੰਨੀਆਂ ਵੀ ਹੋਣਗੀਆਂ। ਆਪਾਂ ਕੱਲ ਆਪਣਾ ਸਾਰਾ ਆਲਮੋਸਟ ਐਂਡ ਹੀ ਹੋਊਗਾ, ਫਾਈਨਲ ਲੈਕਚਰ ਹੋਊਗਾ ਅਪ੍ਰੈਲ ਦੇ ਕਰੰਟ ਅਫੇਅਰਸ ਦਾ। ਸੋ ਕੱਲ ਆਪਾਂ ਡੇਜ਼, ਜੇ ਆਪਣਾ ਅੱਜ ਆਪਣੇ ਕੋਲ ਟਾਈਮ ਬਚਿਆ ਤਾਂ ਆਪਾਂ ਡੇਜ਼ ਵੀ ਕਰ ਲਾਂਗੇ, ਬਾਕੀ ਕੱਲ ਨੂੰ ਆਪਾਂ ਡੇਜ਼ ਵੀ ਕਰਾਂਗੇ ਤੇ ਅਪॉइंटमेंट्स ਵੀ ਕਰਾਂਗੇ। ਠੀਕ ਹੈ, ਸੋ ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਨੈਕਸਟ ਹੈਗਾ, ਸੋ ਅਟਲ ਇਨੋਵੇਸ਼ਨ ਮਿਸ਼ਨ ਕਿਹਦੇ ਅੰਡਰ ਆਉਂਦਾ? ਨੀਤੀ ਆਯੋਗ ਦੇ ਅੰਡਰ ਆਉਂਦਾ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਅਟਲ ਇਨੋਵੇਸ਼ਨ ਦਾ ਮੇਨ ਕੰਮ ਕੀ ਹੈਗਾ? ਜਿਹੜੇ ਆਪਣੇ ਸਟੂਡੈਂਟਸ ਹੈਗੇ ਆ ਉਹਨਾਂ ਦੇ ਅੰਡਰ ਸਾਇੰਟੀਫਿਕ ਟੈਂਪਰ ਨੂੰ ਇਨਕਲਕੇਟ ਕਰਨਾ। ਠੀਕ ਹੈ, ਸੋ ਨੈਕਸਟ ਹੈਗਾ, ਵਿਚ ਕੰਟਰੀ ਵਰਚੁਅਲੀ ਹੋਸਟਡ 2020 ਫਸਟ ਮੀਟਿੰਗ ਆਫ ਬ੍ਰਿਕਸ ਫਾਈਨੈਂਸ ਮਿਨਿਸਟਰ ਐਂਡ ਦਾ ਸੈਂਟਰਲ ਬੈਂਕ ਗਵਰਨਰਸ। ਸੋ ਜਿਹੜੀ ਆਪਣੀ ਫਸਟ ਮੀਟਿੰਗ ਹੈਗੀ ਹੈ ਬ੍ਰਿਕਸ ਫਾਈਨੈਂਸ ਮਿਨਿਸਟਰ ਦੀ ਤੇ ਸੈਂਟਰਲ ਬੈਂਕ ਗਵਰਨਰਸ ਦੀ, ਉਹ ਕਿਹਦੇ ਦੁਆਰਾ ਹੋਸਟ ਕੀਤੀ ਗਈ ਹੈ? ਤਾਂ ਆਪਣਾ ਆਨਸਰ ਆ ਜਾਊਗਾ ਇੰਡੀਆ ਦੁਆਰਾ ਹੋਸਟ ਕੀਤੀ ਗਈ। ਆਪਾਂ ਨੂੰ ਇੱਦਾਂ ਵੀ ਪੁੱਛ ਲਿਆ ਜਾਂਦਾ ਹੁੰਦਾ ਇਹ ਕਿੰਨਵਾਂ ਸੈਸ਼ਨ ਸੀਗਾ ਫਾਈਨੈਂਸ ਮਿਨਿਸਟਰ ਦੀ ਮੀਟਿੰਗ ਦਾ? ਤਾਂ ਆਪਣਾ ਆਨਸਰ ਆ ਜਾਊਗਾ ਫਸਟ ਸੈਸ਼ਨ ਸੀਗਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਬ੍ਰਿਕਸ ਦੇ ਹੈੱਡਕੁਆਟਰ ਕਿੱਥੇ ਹੈਗੇ ਆ? ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ। ਸੋ ਬ੍ਰਿਕਸ ਦੇ ਹੈੱਡਕੁਆਟਰ ਹੈਗੇ ਸ਼ੰਘਾਈ ਚਾਈਨਾ ਦੇ ਵਿੱਚ, ਬ੍ਰਿਕਸ ਟਾਵਰ ਹੈਗਾ। ਠੀਕ ਹੈ ਜੀ, ਸੋ ਬ੍ਰਿਕਸ ਬਾਰੇ ਕੁਝ ਗੱਲਾਂ ਹੈਗੀਆਂ। ਪਹਿਲਾਂ ਹੁੰਦੀ ਸੀ ਬ੍ਰਿਕ, ਫਿਰ ਸਾਊਥ ਅਫਰੀਕਾ ਨੇ ਜੁਆਇਨ ਕੀਤਾ ਤਾਂ ਹੋ ਗਈ ਬ੍ਰਿਕਸ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਸੋ ਹੁਣ ਬ੍ਰਿਕਸ ਦੇ ਵਿੱਚ ਕਿਹੜੀ ਕੰਟਰੀਜ਼ ਦੇ ਵਿੱਚ ਕਿਹੜੀ ਕੰਟਰੀਜ਼ ਹੈਗੀਆਂ? ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ। ਸੋ ਇਹ 5 ਕੰਟਰੀਜ਼ ਹੈਗੀਆਂ ਮਿਲ ਕੇ ਬ੍ਰਿਕਸ ਬਣਾਉਂਦੀਆਂ। ਇਹ ਕਦੋਂ ਫਾਊਂਡ ਹੋਈ ਸੀਗੀ ਬ੍ਰਿਕਸ? ਤਾਂ ਆਪਣਾ ਆਨਸਰ ਆ ਜਾਊਗਾ 2006 ਦੇ ਵਿੱਚ ਫਾਊਂਡ ਹੋਈ ਸੀਗੀ। ਪਹਿਲਾ ਸੈਸ਼ਨ ਕਦੋਂ ਹੋਇਆ ਸੀਗਾ ਬ੍ਰਿਕਸ ਦਾ? ਤਾਂ ਆਪਣਾ ਆਨਸਰ ਆ ਜਾਊਗਾ 2009 ਦੇ ਵਿੱਚ ਹੋਇਆ ਸੀਗਾ। ਫਾਊਂਡ ਕਦੋਂ ਹੋਈ ਸੀਗੀ ਬ੍ਰਿਕਸ? 2006 ਦੇ ਵਿੱਚ ਹੋਈ ਸੀਗੀ ਤੇ ਪਹਿਲਾ ਸੈਸ਼ਨ ਕਦੋਂ ਹੋਇਆ ਸੀਗਾ? 2009 ਦੇ ਵਿੱਚ ਹੋਇਆ ਸੀਗਾ। ਹੈੱਡਕੁਆਟਰ ਕਿੱਥੇ ਹੈਗਾ? ਸ਼ੰਘਾਈ ਬ੍ਰਿਕਸ ਟਾਵਰ ਹੈਗਾ ਜੋ ਕਿ ਸ਼ੰਘਾਈ ਦੇ ਵਿੱਚ ਹੈਗਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਸੋ ਜੋ ਲੇਟੈਸਟ ਸਬਮਿਟ ਹੋਇਆ ਬ੍ਰਿਕਸ ਦਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਸੋ ਜਿਹੜਾ ਆਪਣਾ ਲੇਟੈਸਟ ਸਬਮਿਟ ਹੈਗਾ ਉਹ ਪੋਸਟਪੋਨਡ ਹੋ ਗਿਆ, ਜਾਂ ਕਹਿ ਸਕਦੇ ਹਾਂ ਵੀ ਜਿਹੜਾ ਆਪਣਾ ਲੇਟੈਸਟ ਸਬਮਿਟ ਹੋਇਆ ਸੀਗਾ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਹੋਇਆ ਸੀਗਾ, ਉਹ ਰਸ਼ੀਆ ਦੇ ਵਿੱਚ ਹੋਇਆ ਸੀਗਾ। ਤੇ ਜਿਹੜਾ ਆਪਣਾ ਹੁਣ ਲੇਟੈਸਟ ਜਮ੍ਹਾਂ ਹੋਣ ਵਾਲਾ ਹੈ ਉਹ ਇੰਡੀਆ ਦੇ ਵਿੱਚ ਹੋਣਾ ਹੈ। ਠੀਕ ਹੈ ਜੀ, ਸੋ ਹੁਣ ਲੇਟੈਸਟ ਜਿਹੜਾ ਸਬਮਿਟ ਹੋਊਗਾ ਜਿਹੜਾ ਇੰਡੀਆ ਦੇ ਵਿੱਚ ਹੋਣ ਵਾਲਾ ਹੈ ਉਹ ਕਿਹੜਾ ਸੈਸ਼ਨ ਹੋਊਗਾ? 13th ਸੈਸ਼ਨ ਹੋਊਗਾ ਟੂ ਬੀ ਹੈਲਡ ਇਨ ਇੰਡੀਆ ਜਿਹੜਾ ਵੀ ਹੁਣ ਆਪਣੇ 2021 ਦੇ ਵਿੱਚ ਹਾਲਾਤ ਸਹੀ ਹੋ ਗਏ ਤਾਂ ਹੁਣੇ ਹੋ ਜਾਊਗਾ, ਨਹੀਂ ਤਾਂ ਫਿਰ ਅੱਗੇ ਪੋਸਟਪੋਨ ਕੀਤਾ ਜਾਊਗਾ ਜਾਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਕੀਤਾ ਜਾਊਗਾ। ਠੀਕ ਹੈ, ਸੋ ਜਿਹੜਾ ਆਪਣਾ 12th ਸੈਸ਼ਨ ਸੀਗਾ ਉਹ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਕੀਤਾ ਗਿਆ ਸੀਗਾ ਤੇ ਰਸ਼ੀਆ 'ਚ ਕੀਤਾ ਗਿਆ ਸੀ। ਠੀਕ ਹੈ ਜੀ, ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਇਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਠੀਕ ਹੈ ਜੀ, ਸੋ ਬ੍ਰਿਕਸ ਨੇ ਹੀ ਮਿਲ ਕੇ ਇੱਕ ਬੈਂਕ ਬਣਾਇਆ ਜਿਹਦਾ ਨਾਮ ਹੈਗਾ NDB, ਜਿਹਦੇ ਹੈੱਡਕੁਆਟਰ ਹੈਗੇ ਆ ਸ਼ੰਘਾਈ ਦੇ ਵਿੱਚ। ਬ੍ਰਿਕਸ ਨੇ ਮਿਲ ਕੇ ਹੀ ਇੱਕ ਬੈਂਕ ਬਣਾਇਆ ਜਿਹਦੇ ਹੈੱਡਕੁਆਟਰ ਹੈਗੇ ਆ ਸ਼ੰਘਾਈ ਦੇ ਵਿੱਚ। AIB ਦੇ ਹੈੱਡਕੁਆਟਰ ਕਿੱਥੇ ਹੈਗੇ ਆ? ਆਪਣੇ ਬੀਜਿੰਗ ਦੇ ਵਿੱਚ। ਠੀਕ ਹੈ, ADB ਦੇ ਹੈੱਡਕੁਆਟਰ ਕਿੱਥੇ ਹੈਗੇ ਆ? ਮਨੀਲਾ ਦੇ ਵਿੱਚ, ਜਿਹੜਾ ਕੀ ਹੈਗਾ ਫਿਲੀਪੀਨਸ ਦੇ ਵਿੱਚ। ਵਰਲਡ ਬੈਂਕ ਦੇ ਹੈੱਡਕੁਆਟਰ ਕਿੱਥੇ ਹੈਗੇ ਆ? ਵਾਸ਼ਿੰਗਟਨ DC ਦੇ ਵਿੱਚ। IMF ਦੇ ਹੈੱਡਕੁਆਟਰ ਕਿੱਥੇ ਹੈਗੇ ਆ? ਵਾਸ਼ਿੰਗਟਨ DC ਦੇ ਵਿੱਚ। ਸੋ ਇਸੇ ਤਰ੍ਹਾਂ ਤੁਹਾਨੂੰ ਗੱਲਾਂ ਯਾਦ ਹੋਣੀਆਂ ਚਾਹੀਦੀਆਂ।
ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਬ੍ਰਿਕਸ ਤੇ ਪਹਿਲਾ ਸੈਸ਼ਨ ਕਦੋਂ ਹੋਇਆ ਸੀਗਾ? 2009 ਦੇ ਵਿੱਚ ਹੋਇਆ ਸੀਗਾ। ਪਰ ਬ੍ਰਿਕਸ ਬਣੀ ਕਦੋਂ ਸੀਗੀ? 2006 ਦੇ ਵਿੱਚ ਬਣੀ ਸੀਗੀ। ਜੋ 2006 ਦੇ ਵਿੱਚ ਬਣੀ ਸੀਗੀ ਉਦੋਂ ਸਿਰਫ ਬ੍ਰਿਕ ਹੁੰਦੀ ਸੀਗੀ, ਫਿਰ ਉਹ ਸਾਊਥ ਅਫਰੀਕਾ ਨੇ ਜੁਆਇਨ ਕੀਤਾ ਤਾਂ ਉਦੋਂ ਬਣ ਗਈ ਬ੍ਰਿਕਸ। ਹੁਣ ਕਿਹੜੀ ਕਿਹੜੀ ਕੰਟਰੀਜ਼ ਹੈਗੀਆਂ? ਬ੍ਰਾਜ਼ੀਲ, ਰਸ਼ੀਆ, ਇੰਡੀਆ ਤੇ ਚਾਈਨਾ, ਬਹੁਤ ਹੀ ਇੰਪੋਰਟੈਂਟ, ਤੇ ਸਾਊਥ ਅਫਰੀਕਾ ਓਬਵੀਅਸਲੀ। ਸੋ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ ਜੋ ਆਪਣੇ ਲਈ ਜ਼ਰੂਰੀ ਹੈਗਾ। ਸੋ ਆਪਣਾ ਕੁਐਸਚਨ ਹੈਗਾ, ਵਿਚ ਇੰਸਟੀਟਿਊਸ਼ਨ ਟੌਪਡ ਅਮੰਗ ਦ ਇੰਡੀਅਨ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ ਇਨ ਦ ਅਕੈਡਮਿਕ ਰੈਂਕਿੰਗ ਆਫ ਵਰਲਡ ਯੂਨੀਵਰਸਿਟੀ 2020 ਸ਼ੰਘਾਈ ਰੈਂਕਿੰਗ। ਸੋ ਅਕੈਡਮਿਕ ਰੈਂਕਿੰਗ ਆਫ ਵਰਲਡ ਯੂਨੀਵਰਸਿਟੀ ਦੇ ਵਿੱਚ ਕਿਹੜੀ ਹੈ ਜੀ ਹੈਗੀ ਹੈ ਯੂਨੀਵਰਸਿਟੀ ਜਿਹੜੀ ਟੌਪ 200 ਦੇ ਵਿੱਚ ਆਈ ਹੈ? ਤਾਂ ਆਪਣਾ ਆਨਸਰ ਆ ਜਾਊਗਾ ਇੰਡੀਅਨ ਇੰਸਟੀਟਿਊਸ਼ਨ ਆਫ ਸਾਇੰਸ ਬੰਗਲੌਰ। ਬੰਗਲੌਰ ਜਿਹੜੀ ਹੈਗੀ IISc ਬੰਗਲੌਰ ਹੈਗੀ ਆ, ਟੌਪ 200 ਯੂਨੀਵਰਸਿਟੀਜ਼ ਹੈਗੀਆਂ ਜਿਹੜੀ ਵਰਲਡ ਦੀ, ਉਹਦੇ ਵਿੱਚ ਆਈ ਹੈ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਹੂ ਇਜ਼ ਦਾ ਫਸਟ ਇੰਡੀਅਨ ਵੂਮਨ ਟੂ ਸੇਲਰ ਟੂ ਕੁਆਲੀਫਾਈ ਫॉर ਐਨ 올림픽 ਸੇਲਿੰਗ ਇਵੈਂਟ। ਸੋ ਪਹਿਲੀ ਇਹ ਜੀ ਕਿਹੜੀ ਇੰਡੀਅਨ ਵੂਮਨ ਹੈਗੀ ਹੈ ਜਿਹਨੇ ਪਹਿਲੀ ਵਾਰੀ ਸੇਲਿੰਗ ਕੰਪੀਟੀਸ਼ਨ ਜਿਹੜਾ ਕਿ 올림픽 ਦੇ ਵਿੱਚ ਹੁੰਦਾ ਉਹਦੇ ਲਈ ਕੁਆਲੀਫਾਈ ਕੀਤਾ ਹੈ। ਇਹ ਜੀ ਪਹਿਲੀ ਕਿਹੜੀ ਇੰਡੀਅਨ ਵੂਮਨ ਹੈਗੀ ਹੈ ਜਿਹਨੇ ਸੇਲਿੰਗ ਕੰਪੀਟੀਸ਼ਨ ਜੋ ਕਿ 올림픽 ਦੇ ਵਿੱਚ ਹੁੰਦਾ ਉਹਦੇ ਲਈ ਸਿਰਫ ਅਜੇ ਕੁਆਲੀਫਾਈ ਕੀਤਾ, ਜਿੱਤੀ ਨਹੀਂ ਗਈ। ਸੋ ਉਹਨਾਂ ਦਾ ਨਾਮ ਕੀ ਹੈਗਾ? ਨੇਥਰਾ ਕੁਮਨਨ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ, ਪ੍ਰੋਨਾਂਸੀਏਸ਼ਨ ਦੀ ਦਿੱਕਤ ਹੋ ਸਕਦੀ ਪਰ ਤੁਸੀਂ ਇਹਨੂੰ ਐਬਸੋਲੂਟਲੀ ਉੱਦਾਂ ਹੀ ਯਾਦ ਕਰਨਾ, ਨੇਥਰਨ ਕੁਮਨਨ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ ਤੇ ਮੂਵ ਕਰਦੇ ਹਾਂ ਜੋ ਆਪਣੇ ਲਈ ਜ਼ਰੂਰੀ ਹੈਗਾ। So which country sent 3 member crew to the International Space Station in the Soyuz MS-18 space flight? So MS-18 ਸਪੇਸ ਫਲਾਈਟ ਦੇ ਵਿੱਚ ਕਿਹੜੀ ਕੰਟਰੀ ਨੇ 3 ਮੈਂਬਰ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਵਿੱਚ ਭੇਜੇ ਹੈਗੇ ਆ? ਤਾਂ ਉਹਦਾ ਨਾਮ ਆ ਜਾਊਗਾ ਰਸ਼ੀਆ ਨੇ। ਸੋ ਆਪਾਂ ਨੂੰ ਕਈ ਵਾਰੀ ਫਲਾਈਟ ਦਾ ਨਾਮ ਪੁੱਛ ਲਿਆ ਜਾਂਦਾ ਹੁੰਦਾ ਤਾਂ ਆਪਣਾ ਆਨਸਰ ਆ ਜਾਊਗਾ Soyuz MS-18 ਦੇ ਵਿੱਚ ਭੇਜੇ ਹੈਗੇ ਆ। ਕਿਹੜੀ ਕੰਟਰੀ ਨੇ ਭੇਜੇ ਹੈ? ਰਸ਼ੀਆ ਨੇ ਭੇਜੇ ਹੈ, ਠੀਕ ਹੈ। ਸੋ ਨੈਕਸਟ ਹੈਗਾ, ਵਿਚ ਸਪੇਸ ਏਜੰਸੀ ਇਜ਼ ਪਲੈਨਿੰਗ ਟੂ ਲਾਂਚ ਦਾ ਵਰਲਡ ਫਸਟ ਆਲ ਸਿਵਿਲੀਅਨ ਅਰਥ ਆਰਬਿਟ ਮਿਸ਼ਨ ਇੰਸਪੀਰੇਸ਼ਨ 4। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ, ਐਕਸਟ੍ਰੀਮਲੀ ਇੰਪੋਰਟੈਂਟ ਕੁਐਸਚਨ ਹੋਣ ਵਾਲਾ ਹੈ। ਇੱਕ ਤੁਹਾਨੂੰ ਰਸ਼ੀਦ ਲੂਨਰ ਪ੍ਰੋਬ ਦੱਸੀ ਹੈ, ਇੱਕ ਹੋਪ ਪ੍ਰੋਬ ਦੱਸੀ ਜਿਹੜੀ ਕਿ ਮਾਰਸ 'ਤੇ ਭੇਜਣੀ ਹੈ। ਹੁਣ ਆਪਾਂ ਪੜ੍ਹ ਰਹੇ ਹਾਂ ਇੰਸਪੀਰੇਸ਼ਨ 4। ਇੰਸਪੀਰੇਸ਼ਨ 4 ਦਾ ਮੇਨ ਏਮ ਕੀ ਹੈਗਾ? ਸਪੇਸ ਏਜੰਸੀ ਇਜ਼ ਪਲੈਨਿੰਗ ਟੂ ਲਾਂਚ ਵਰਲਡ ਫਸਟ ਆਲ ਸਿਵਿਲੀਅਨ ਅਰਥ ਆਰਬਿਟ ਮਿਸ਼ਨ। ਅਰਥ ਆਰਬਿਟ ਮਿਸ਼ਨ ਪੂਰਾ ਸਿਵਿਲੀਅਨ ਮਿਸ਼ਨ, ਮਤਲਬ ਇਹਦੇ ਉੱਤੇ ਕੋਈ ਕਿਸੇ ਤਰ੍ਹਾਂ ਦੇ ਪ੍ਰੋਫੈਸ਼ਨਲ ਐਸਟਰੋਨਟ ਨਹੀਂ ਜਾਣਗੇ, ਜਿਹੜੇ ਆਪਣੇ ਸਿਵਿਲੀਅਨ ਜਿਹੜੇ ਲੋਕ ਹੈਗੇ, ਜਿਹੜੇ ਆਪਣੇ ਵਰਗੇ ਆਮ ਲੋਕ ਜਾਣਗੇ ਇਸ ਮਿਸ਼ਨ 'ਤੇ। ਅਰਥ ਆਰਬਿਟਰ ਮਿਸ਼ਨ ਦਾ ਕੀ ਹੋਊਗਾ ਵੀ ਅਰਥ ਦਾ ਚੱਕਰ ਲਵਾਇਆ ਜਾਊਗਾ, ਪੂਰਾ ਸਿਵਿਲੀਅਨ ਮਿਸ਼ਨ ਹੋਊਗਾ। ਸੋ ਕਿਹੜੀ ਸਪੇਸ ਏਜੰਸੀ ਦੁਆਰਾ ਲਵਾਇਆ ਜਾਊਗਾ? ਤਾਂ ਆਪਣਾ ਆਨਸਰ ਆ ਜਾਊਗਾ SpaceX, ਜਿਹੜੀ ਕਿ ਐਲਨ ਮਸਕ ਦੁਆਰਾ ਰਨ ਕੀਤੀ ਜਾਂਦੀ ਹੈ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਸਪੇਸ ਆਰਬਿਟਰ ਮਿਸ਼ਨ ਦਾ ਮਤਲਬ, ਅਰਥ ਆਰਬਿਟਰ ਮਿਸ਼ਨ ਦਾ ਮਤਲਬ ਕੀ ਹੁੰਦਾ? ਅਰਥ ਦਾ ਪੂਰਾ ਚੱਕਰ ਲਵਾਇਆ ਜਾਊਗਾ ਤੁਹਾਨੂੰ, ਠੀਕ ਹੈ ਜੀ। ਸੋ ਅਰਥ ਦਾ ਪੂਰਾ ਚੱਕਰ ਲਵਾਇਆ ਜਾਊਗਾ ਤੁਹਾਨੂੰ ਸਪੇਸਸ਼ਿਪ ਦੇ ਵਿੱਚ, ਠੀਕ ਹੈ। ਤੇ ਇਹ ਕਿਹੜੀ ਏਜੰਸੀ ਕਰ ਰਹੀ ਹੈ? ਸਪੇਸ ਏਜੰਸੀ ਕਰ ਰਹੀ ਹੈ, ਤਾਂ ਆਪਣਾ ਆਨਸਰ ਆ ਜਾਊਗਾ SpaceX ਕਰ ਰਹੀ ਹੈ। ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਇਹਦੇ ਵਿੱਚ ਸਾਰੇ ਸਿਵਿਲੀਅਨ ਹੋਣਗੇ। ਸਿਵਿਲੀਅਨ ਮਤਲਬ ਸਾਰੇ ਦੇ ਸਾਰੇ ਆਮ ਲੋਕ ਹੋਣਗੇ, ਨਾ ਕਿ ਕੋਈ ਪ੍ਰੋਫੈਸ਼ਨਲ ਐਸਟਰੋਨੌਟਸ ਹੋਣਗੇ। ਹੋਪਫੁਲੀ ਤੁਹਾਨੂੰ ਸਮਝ ਆ ਗਿਆ ਹੋਊਗਾ। ਇਸ ਪੂਰੇ ਮਿਸ਼ਨ ਦਾ ਨਾਮ ਕੀ ਹੈਗਾ? ਇੰਸਪੀਰੇਸ਼ਨ 4। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਸੋ ਕਿਹੜੀ ਕੰਪਨੀ ਦੁਆਰਾ ਲਾਂਚ ਕੀਤਾ ਗਿਆ? SpaceX ਦੁਆਰਾ, ਠੀਕ ਹੈ। ਸੋ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ। ਕੱਲ੍ਹ ਤੁਹਾਡੇ ਜਿਹੜੇ ਜਿੰਨੇ ਵੀ ਕੁਐਸਚਨ ਰਹਿ ਗਏ ਆਪਾਂ ਕੱਲ੍ਹ ਪੂਰੇ ਕੰਪਲੀਟ ਕਰ ਦਾਂਗੇ ਅਪ੍ਰੈਲ ਦੇ ਕਰੰਟ ਅਫੇਅਰ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ। ਤੁਹਾਨੂੰ ਲੈਕਚਰਸ ਕਿੱਦਾਂ ਦੇ ਲੱਗ ਰਹੇ ਆ ਕਮੈਂਟ ਸੈਕਸ਼ਨ ਜ਼ਰੂਰ ਦੱਸਣਾ, ਠੀਕ ਹੈ।